ਪਤਝੜ ਦਾ ਪਰਬ ਪ੍ਰਾਸਚਿਤ ਦਾ ਦਿਨ ਆ ਗਿਆ ਹੈ। ਅੱਜ ਆਓ ਅਸੀਂ ਪ੍ਰਾਸਚਿਤ ਦਾ ਦਿਨ ਅਤੇ ਮੁਕਤੀ ਦੀ ਕਿਰਪਾ ਸਿਰਲੇਖ ਉਪਦੇਸ਼ ਨਾਲ ਪਰਮੇਸ਼ਵਰ ਦੇ ਵਚਨ ਦਾ ਅਧਿਐਨ ਕਰੀਏ। ਪ੍ਰਾਸਚਿਤ ਦੇ ਦਿਨ ਦੀ ਸ਼ੁਰੂਆਤ ਉਦੋਂ ਹੋਈ ਜਦੋਂ ਇਸਰਾਏਲੀਆਂ ਨੇ ਇੱਕ ਸੋਨੇ ਦੇ ਵੱਛੇ ਦੀ ਆਰਾਧਨਾ ਕੀਤੀ ਜਦੋਂ ਮੂਸਾ ਨੇ ਪਹਿਲੇ 10 ਹੁਕਮਾਂ ਨੂੰ ਪ੍ਰਾਪਤ ਕੀਤਾ ਸੀ। ਉਸਨੇ 10 ਹੁਕਮਾਂ ਦੀਆਂ ਪੱਥਰ ਦੀਆਂ ਫੱਟੀਆਂ ਨੂੰ ਪਹਾੜ ਤੋਂ ਸੁੱਟ ਦਿੱਤਾ ਅਤੇ ਉਸ ਦਿਨ 3000 ਲੋਕਾਂ ਨੂੰ ਮਾਰ ਦਿੱਤਾ ਗਿਆ। ਉਹਨਾਂ ਨੇ ਮੂਰਤੀ ਦੀ ਪੂਜਾ ਕੀਤੀ ਅਤੇ ਪਰਮੇਸ਼ਵਰ ਦੇ ਪਹਿਲੇ ਹੁਕਮ ਦੀ ਉਲੰਘਣਾ ਕੀਤੀ। ਬਾਅਦ ਵਿੱਚ ਲੋਕਾਂ ਨੇ ਮੂਸਾ ਰਾਹੀਂ ਪਰਮੇਸ਼ਵਰ ਦੀ ਇੱਛਾ ਨੂੰ ਸੁਣਿਆ, ਆਪਣੇ ਪਾਪਾਂ ਨੂੰ ਸਹੀ ਢੰਗ ਨਾਲ ਸਮਝਿਆ ਅਤੇ ਇਮਾਨਦਾਰੀ ਨਾਲ ਪਰਮੇਸ਼ਵਰ ਤੋਂ ਉਹਨਾਂ ਦੇ ਸਾਰੇ ਪਾਪਾਂ ਨੂੰ ਮਾਫ ਕਰਨ ਲਈ ਕਿਹਾ। ਇਸ ਲਈ ਪਰਮੇਸ਼ਵਰ ਨੇ ਉਹਨਾਂ ਦੇ ਪਾਪਾਂ ਨੂੰ ਮਾਫ ਕਰਨ ਦੇ ਪ੍ਰਤੀਕ ਦੇ ਰੂਪ ਵਿੱਚ ਦੂਜੇ 10 ਹੁਕਮਾਂ ਨੂੰ ਦੇਣ ਦਾ ਫੈਸਲਾ ਕੀਤਾ। ਇਸ ਲਈ ਉਹਨਾਂ ਨੇ ਮੂਸਾ ਨੂੰ ਸੀਨੀ ਪਹਾੜ ਉੱਤੇ ਆਉਣ ਦਾ ਹੁਕਮ ਦਿੱਤਾ। ਉਹ ਦਿਨ ਪਵਿੱਤਰ ਕੈਲੰਡਰ ਦੁਆਰਾ 6ਵੇਂ ਮਹੀਨੇ ਦਾ ਪਹਿਲਾ ਦਿਨ ਸੀ। ਉਸ ਦਿਨ ਮੂਸਾ ਦੂਜੀ ਵਾਰ ਸੀਨੀ ਪਹਾੜ ਉੱਤੇ ਚੜ੍ਹਿਆ। 40 ਦਿਨਾਂ ਦੇ ਵਰਤ ਰੱਖਣ ਤੋਂ ਬਾਅਦ ਮੂਸਾ ਦੂਜੇ 10 ਹੁਕਮਾਂ ਨਾਲ ਹੇਠਾਂ ਆਇਆ। ਪਵਿੱਤਰ ਕੈਲੰਡਰ ਅਨੁਸਾਰ 7ਵੇਂ ਮਹੀਨੇ ਦੇ 10ਵੇਂ ਦਿਨ ਮੂਸਾ 10 ਹੁਕਮਾਂ ਨਾਲ ਨੀਚੇ ਆਇਆ, ਜੋ ਪਾਪਾਂ ਦੀ ਮਾਫੀ ਦਾ ਪ੍ਰਤੀਕ ਸੀ। 7ਵੇਂ ਮਹੀਨੇ ਦਾ 10ਵਾਂ ਦਿਨ ਪ੍ਰਾਸਚਿਤ ਦਾ ਦਿਨ ਬਣ ਗਿਆ, ਇੱਕ ਅਜਿਹਾ ਦਿਨ ਜਦੋਂ ਪਰਮੇਸ਼ਵਰ ਦੀ ਕਿਰਪਾ ਦੁਆਰਾ ਸਾਰੇ ਪਾਪ ਮਾਫ ਕੀਤੇ ਜਾਂਦੇ ਹਨ। 7ਵੇਂ ਮਹੀਨੇ ਦੇ ਪਹਿਲੇ ਦਿਨ ਤਿਆਰੀ ਲਈ ਤੁਰੀਆਂ ਵਜਾਈਆਂ ਗਈਆਂ। ਇਸ ਤਰ੍ਹਾਂ ਪਰਮੇਸ਼ਵਰ ਨੇ 7ਵੇਂ ਮਹੀਨੇ ਦੇ ਪਹਿਲੇ ਦਿਨ ਤੁਰੀਆਂ ਦੇ ਪਰਬ ਅਤੇ 10ਵੇਂ ਦਿਨ ਪ੍ਰਾਸਚਿਤ ਦੇ ਦਿਨ ਨੂੰ ਸਥਾਪਿਤ ਕੀਤਾ, ਤਾਂ ਜੋ ਲੋਕ ਆਪਣੇ ਦਿਲਾਂ ਨੂੰ ਪਰਮੇਸ਼ਵਰ ਵੱਲ ਮੋੜ ਸਕਣ ਅਤੇ ਆਪਣੇ ਪਾਪਾਂ ਤੋਂ ਤੋਬਾ ਕਰ ਸਕਣ। ਪਰਮੇਸ਼ਵਰ ਨਾ ਸਿਰਫ ਚਾਹੁੰਦੇ ਸੀ ਕਿ ਅਸੀਂ ਪੁਰਾਣੇ ਨੇਮ ਦੇ ਨਿਯਮਾਂ ਨੂੰ ਜਾਣੀਏ, ਸਗੋਂ ਉਹਨਾਂ ਨੇ ਸਾਡੇ ਲਈ ਆਤਮਿਕ ਅਰਥਾਂ ਨੂੰ ਖੋਜਣਾ ਵੀ ਸੰਭਵ ਬਣਾਇਆ। 7ਵੇਂ ਮਹੀਨੇ ਦੇ 10ਵੇਂ ਦਿਨ ਨੂੰ 10 ਹੁਕਮਾਂ ਨੂੰ ਦੂਜੀ ਵਾਰ ਪ੍ਰਾਪਤ ਕਰਨ ਦਾ ਮਹੱਤਵ ਸਾਡੇ ਪਾਪਾਂ ਦੀ ਮਾਫੀ ਪ੍ਰਾਪਤ ਕਰਨ ਦਾ ਪ੍ਰਤੀਕ ਹੈ। ਕਿਉਂਕਿ ਅੱਜ ਪ੍ਰਾਸਚਿਤ ਦਾ ਦਿਨ ਹੈ, ਸਾਨੂੰ ਪਾਪ ਦੇ ਮਾਮਲੇ ਦੀ ਜਾਂਚ ਕਰਨੀ ਚਾਹੀਦੀ ਹੈ। ਆਓ ਅਸੀਂ ਲੇਵੀਆਨ ਦੀ ਪੋਥੀ ਉੱਤੇ ਜਾ ਕੇ ਦੇਖੀਏ ਕਿ ਪ੍ਰਾਸਚਿਤ ਦੇ ਦਿਨ ਕਿਸ ਪ੍ਰਕਾਰ ਦੀ ਆਰਾਧਨਾ ਕੀਤੀ ਗਈ। ਕਿਰਪਾ ਕਰਕੇ ਲੇਵੀਆਨ ਦੀ ਪੋਥੀ ਅਧਿਆਇ 16 ਖੋਲੋ। ਆਓ ਲੇਵੀਆਨ ਦੀ ਪੋਥੀ ਦੇ ਅਧਿਆਇ 16 ਵਚਨ 6 ਉੱਤੇ ਇੱਕ ਨਜ਼ਰ ਪਾਈਏ। ਆਓ ਦੇਖੀਏ ਕਿ ਕਿਵੇਂ ਪਰਮੇਸ਼ਵਰ ਨੇ ਪੁਰਾਣੇ ਨੇਮ ਵਿੱਚ ਮੁਕਤੀ ਦੇ ਅਰਥ ਨੂੰ ਪਰਿਭਾਸ਼ਿਤ ਕੀਤਾ। ਅਧਿਆਇ 16 ਵਚਨ 6। ਅਤੇ ਹਾਰੂਨ ਆਪਣੀ ਪਾਪ ਦੀ ਭੇਟ ਦੇ ਬਲਦ ਨੂੰ ਜੋ ਆਪਣੇ ਲਈ ਹੈ ਚੜਾਵੇ ਅਤੇ ਆਪਣੇ ਲਈ ਅਤੇ ਆਪਣੇ ਟੱਬਰ ਦੇ ਲਈ ਪ੍ਰਾਸਚਿਤ ਕਰੇ। ਅਤੇ ਉਹ ਦੋਵੇਂ ਬੱਕਰੇ ਲੈ ਕੇ ਮੰਡਲੀ ਦੇ ਡੇਰੇ ਦੇ ਬੂਹੇ ਕੋਲ ਉਹਨਾਂ ਨੂੰ ਯਹੋਵਾਹ ਦੇ ਅੱਗੇ ਖਲਿਹਾਰੇ। ਅਤੇ ਹਾਰੂਨ ਉਹਨਾਂ ਦੋਹਾਂ ਬੱਕਰਿਆਂ ਉੱਤੇ ਗੁਣਾ ਪਾਵੇ, ਇੱਕ ਗੁਣਾ ਯਹੋਵਾਹ ਦੇ ਲਈ ਅਤੇ ਦੂਜਾ ਗੁਣਾ ਅਜ਼ਾਜ਼ੇਲ ਦੇ ਲਈ। ਅਤੇ ਜਿਸ ਬੱਕਰੇ ਉੱਤੇ ਯਹੋਵਾਹ ਦਾ ਗੁਣਾ ਪਵੇ, ਹਾਰੂਨ ਉਸ ਨੂੰ ਲਿਆ ਕੇ ਪਾਪ ਦੀ ਭੇਟ ਕਰਕੇ ਚੜਾਵੇ। ਪਰ ਉਹ ਬੱਕਰਾ ਜਿਸ ਦੇ ਉੱਤੇ ਅਜ਼ਾਜ਼ੇਲ ਦਾ ਗੁਣਾ ਪਿਆ, ਸੋ ਯਹੋਵਾਹ ਦੇ ਅੱਗੇ ਉਸ ਦੇ ਨਾਲ ਪ੍ਰਾਸਚਿਤ ਕਰਨ ਲਈ ਅਤੇ ਉਸ ਨੂੰ ਛੋਟ ਕਰਕੇ ਉਜਾੜ ਵਿੱਚ ਛੱਡਣ ਲਈ ਜਿਉਂਦਾ ਧਰਿਆ ਜਾਏ।
ਪੁਰਾਣੇ ਨੇਮ ਦੇ ਸਮੇਂ ਵਿੱਚ ਪ੍ਰਾਸ਼ਚਿਤ ਦੇ ਦਿਨ ਜਾਜਕ ਆਪਣੇ ਅਤੇ ਆਪਣੇ ਪਰਿਵਾਰ ਲਈ ਇੱਕ ਬਲਦ ਦੀ ਬਲੀ ਕਰਦੇ ਸੀ ਅਤੇ 2 ਬੱਕਰਿਆਂ ਨੂੰ ਚੁਣਦੇ ਸੀ। ਇੱਕ ਬੱਕਰੇ ਨੂੰ ਯਹੋਵਾਹ ਲਈ ਪਾਪ ਦੀ ਭੇਟ ਦੇ ਰੂਪ ਵਿੱਚ ਚੁਣਿਆ ਜਾਂਦਾ ਸੀ ਅਤੇ ਦੂਜਾ ਬੱਕਰੇ ਅਜ਼ਾਜ਼ੇਲ ਨੂੰ, ਜੋ ਸ਼ੈਤਾਨ ਨੂੰ ਦਰਸਾਉਂਦਾ ਹੈ, ਜੋ ਪਾਪ ਦਾ ਕਾਰਨ ਹੈ, ਪਾਪ ਨੂੰ ਚੁੱਕਣਾ ਸੀ। ਇਸ ਤਰ੍ਹਾਂ 2 ਬੱਕਰੀਆਂ ਲਈ ਗੁਣੇ ਪਾਏ ਗਏ, ਇੱਕ ਤੇ ਯਹੋਵਾਹ ਲਈ ਪਾਪ ਦੀ ਭੇਟ ਦੇ ਰੂਪ ਵਿੱਚ ਅਤੇ ਦੂਸਰੇ ਉੱਤੇ ਅਜ਼ਾਜ਼ੇਲ ਦੇ ਰੂਪ ਵਿੱਚ। ਆਓ ਇਹ ਪਤਾ ਕਰਨਾ ਜਾਰੀ ਰੱਖੀਏ ਕਿ ਇਸ ਦੇ ਨਾਲ ਕੀ ਕੀਤਾ ਗਿਆ ਸੀ। ਆਓ ਅਸੀਂ ਵਚਨ 20 ਉੱਤੇ ਜਾਈਏ। ਆਓ ਵਚਨ 20 ਵੇਖੀਏ। ਜਾਂ ਉਹ ਪਵਿੱਤਰ ਥਾਂ ਦਾ ਅਤੇ ਮੰਡਲੀ ਦੇ ਡੇਰੇ ਦਾ ਅਤੇ ਜਗਵੇਦੀ ਦਾ ਪ੍ਰਾਸ਼ਚਿਤ ਪੂਰਾ ਕਰੇ ਤਾਂ ਜਿਉਂਦੇ ਬੱਕਰੇ ਨੂੰ ਲਿਆਵੇ ਅਤੇ ਹਾਰੂਨ ਆਪਣੇ ਦੋਹਾਂ ਹੱਥਾਂ ਨੂੰ ਜਿਉਂਦੇ ਬੱਕਰੇ ਦੇ ਸਿਰ ਉੱਤੇ, ਮਤਲਬ ਅਜ਼ਾਜ਼ੇਲ ਉੱਤੇ, ਧਰੇ ਅਤੇ ਇਸਰਾਏਲੀਆਂ ਦੀਆਂ ਬਦੀਆਂ ਨੂੰ ਅਤੇ ਉਹਨਾਂ ਦੇ ਸਾਰਿਆਂ ਪਾਪਾਂ ਵਿੱਚ ਉਹਨਾਂ ਦੇ ਸਾਰੇ ਅਪਰਾਧਾਂ ਨੂੰ ਬੱਕਰੇ ਦੇ ਸਿਰ ਉੱਤੇ ਉਹਨਾਂ ਨੂੰ ਧਰ ਕੇ ਉਸ ਦੇ ਉੱਤੇ ਇਕਰਾਰ ਕਰੇ ਅਤੇ ਉਸ ਨੂੰ ਕਿਸੇ ਤਿਆਰ ਮਨੁੱਖ ਦੇ ਹੱਥ ਨਾਲ ਉਜਾੜ ਵਿੱਚ ਭੇਜ ਦੇਵੇ। ਅਤੇ ਉਹ ਬੱਕਰਾ ਉਹਨਾਂ ਦੀਆਂ ਸਾਰੀਆਂ ਬਦੀਆਂ ਨੂੰ ਆਪਣੇ ਸਿਰ ਤੇ ਚੁੱਕ ਕੇ ਇੱਕ ਦੂਰ ਦੇਸ਼ ਨੂੰ ਚੱਲਿਆ ਜਾਵੇ ਅਤੇ ਉਹ ਬੱਕਰੇ ਨੂੰ ਉਜਾੜ ਵਿੱਚ ਛੱਡ ਦੇਵੇ। ਜਦੋਂ ਅਜ਼ਾਜ਼ੇਲ ਜੰਗਲ ਵਿੱਚ ਭੇਜਿਆ ਜਾਂਦਾ ਸੀ ਤਾਂ ਉੱਥੇ ਭੋਜਨ ਨਹੀਂ ਹੁੰਦਾ ਸੀ। ਅਜ਼ਾਜ਼ੇਲ ਬੱਕਰਾ ਇੱਧਰ ਉੱਧਰ ਭਟਕਦਾ ਸੀ ਅਤੇ ਆਖਰਕਾਰ ਉਹ ਜੰਗਲ ਵਿੱਚ ਮਰ ਜਾਂਦਾ ਸੀ। ਸਾਨੂੰ ਸਮਝਣਾ ਚਾਹੀਦਾ ਹੈ ਕਿ ਪਰਮੇਸ਼ਵਰ ਨੇ ਇਹ ਪ੍ਰਕਿਰਿਆਵਾਂ ਕਿਉਂ ਸਥਾਪਿਤ ਕੀਤੀਆਂ। ਪਾਪ ਸਿੱਧੇ ਤੌਰ ਤੇ ਪ੍ਰਾਸ਼ਚਿਤ ਨਹੀਂ ਹੁੰਦਾ ਅਤੇ ਗਾਇਬ ਨਹੀਂ ਹੁੰਦਾ ਹੈ। ਜਦੋਂ ਲੋਕ ਪਾਪ ਕਰਦੇ ਸੀ ਤਾਂ ਉਹ ਇੱਕ ਭੇਡ ਜਾਂ ਬੱਕਰੀ ਲਿਆਉਂਦੇ ਸੀ ਅਤੇ ਜਾਜਕ ਦੇ ਸਾਹਮਣੇ ਆਪਣੇ ਪਾਪ ਸਵੀਕਾਰ ਕਰਦੇ ਸੀ। ਉਹ ਆਪਣਾ ਪਾਪ ਕਿਸ ਉੱਤੇ ਲੱਦਦੇ ਸੀ? ਉਸ ਪਸ਼ੂ ਤੇ। ਪਾਪਾਂ ਦੀ ਮਜ਼ਦੂਰੀ ਜੋ ਉਹਨਾਂ ਨੂੰ ਮੌਤ ਨਾਲ ਅਦਾ ਕਰਨੀ ਚਾਹੀਦੀ ਸੀ, ਇੱਕ ਪਸ਼ੂ ਤੇ ਲੱਦੀ ਜਾਂਦੀ ਸੀ। ਪੁਰਾਣੇ ਨੇਮ ਵਿੱਚ ਇਸ ਵਿਧੀ ਨੂੰ ਸਥਾਪਿਤ ਕਰਨ ਵਿੱਚ ਪਰਮੇਸ਼ਵਰ ਦੀ ਡੂੰਘੀ ਇੱਛਾ ਹੈ। ਜਦੋਂ ਪਾਪਾਂ ਨੂੰ ਇੱਕ ਪਸ਼ੂ ਤੇ ਲੱਦਿਆ ਜਾਂਦਾ ਹੈ ਤਾਂ ਅੰਤ ਵਿੱਚ ਪਾਪਾਂ ਦੇ ਗਾਇਬ ਹੋਣ ਲਈ ਇਸ ਨੂੰ ਮਰਨਾ ਚਾਹੀਦਾ ਹੈ। ਹਾਲਾਂਕਿ ਪਾਪ ਤੁਰੰਤ ਗਾਇਬ ਨਹੀਂ ਹੁੰਦੇ ਹਨ। ਇਸ ਦੀ ਬਜਾਏ ਉਹ ਪਾਪ ਜੋ ਪਸ਼ੂ ਉੱਤੇ ਲੱਦੇ ਗਏ ਸੀ, 1 ਸਾਲ ਲਈ ਪਵਿੱਤਰ ਸਥਾਨ ਵਿੱਚ ਰਹਿੰਦੇ ਹਨ। ਪਸ਼ੂ ਦਾ ਲਹੂ ਜੋ ਪਵਿੱਤਰ ਸਥਾਨ ਵਿੱਚ ਜਗਵੇਦੀ ਉੱਤੇ ਰੱਖਿਆ ਗਿਆ ਸੀ, ਅੰਤ ਵਿੱਚ ਪ੍ਰਾਸ਼ਚਿਤ ਦੇ ਦਿਨ ਖਤਮ ਹੋ ਜਾਂਦਾ ਹੈ। ਅਸਥਾਈ ਪ੍ਰਾਸ਼ਚਿਤ ਪ੍ਰਾਪਤ ਕੀਤਾ ਜਾਂਦਾ ਸੀ, ਪਰ ਪੂਰਨ ਪ੍ਰਾਸ਼ਚਿਤ ਕੇਵਲ ਪ੍ਰਾਸ਼ਚਿਤ ਦੇ ਦਿਨ ਹੀ ਹੋ ਸਕਦਾ ਸੀ। ਪਰਮੇਸ਼ਵਰ ਨੇ ਇਸ ਪ੍ਰਣਾਲੀ ਨੂੰ ਪੁਰਾਣੇ ਨੇਮ ਵਿੱਚ ਮੂਸਾ ਦੀ ਵਿਵਸਥਾ ਦੁਆਰਾ ਸਥਾਪਿਤ ਕੀਤਾ। ਇਸ ਲਈ ਪ੍ਰਾਸ਼ਚਿਤ ਦੇ ਦਿਨ ਮਹਾਜਾਜਕ ਨੂੰ ਅਤਿ ਪਵਿੱਤਰ ਸਥਾਨ ਵਿੱਚ ਪ੍ਰਵੇਸ਼ ਕਰਨਾ ਚਾਹੀਦਾ ਸੀ ਤਾਂ ਜੋ ਪਾਪ ਪੂਰੀ ਤਰ੍ਹਾਂ ਗਾਇਬ ਹੋ ਜਾਵੇ। ਮਹਾਜਾਜਕ ਦੇ ਅਤਿ ਪਵਿੱਤਰ ਸਥਾਨ ਵਿੱਚ ਪ੍ਰਵੇਸ਼ ਕੀਤੇ ਬਿਨਾਂ ਪਾਪ ਸਿਰਫ ਪਵਿੱਤਰ ਸਥਾਨ ਵਿੱਚ ਤਬਦੀਲ ਹੋ ਜਾਂਦੇ ਹਨ ਅਤੇ ਉੱਥੇ ਹੀ ਰਹਿੰਦੇ ਹਨ। ਹਾਲਾਂਕਿ ਪ੍ਰਾਸ਼ਚਿਤ ਦੇ ਦਿਨ ਮਹਾਜਾਜਕ ਅਤਿ ਪਵਿੱਤਰ ਸਥਾਨ ਵਿੱਚ ਜਾਂਦਾ ਸੀ, ਲੋਕਾਂ ਦੇ ਪਾਪਾਂ ਨੂੰ ਅਜ਼ਾਜ਼ੇਲ ਉੱਤੇ ਲੱਦਦਾ ਸੀ ਅਤੇ ਉਸ ਨੂੰ ਜੰਗਲ ਵਿੱਚ ਛੱਡ ਦਿੰਦਾ ਸੀ। ਫਿਰ ਪਾਪਾਂ ਦਾ ਕੀ ਹੁੰਦਾ ਸੀ? ਉਹਨਾਂ ਨੂੰ ਅਜ਼ਾਜ਼ੇਲ ਨੂੰ ਸੌਂਪ ਦਿੱਤਾ ਜਾਂਦਾ ਸੀ, ਜੋ ਸ਼ੈਤਾਨ ਨੂੰ ਦਰਸਾਉਂਦਾ ਹੈ, ਜੋ ਪਾਪ ਦਾ ਪਿਤਾ ਹੈ। ਫਿਰ ਅਜ਼ਾਜ਼ੇਲ ਨੂੰ ਜੰਗਲ ਵਿੱਚ ਭੇਜ ਦਿੱਤਾ ਜਾਂਦਾ ਸੀ, ਜਿੱਥੇ ਨਾ ਲੋਕ ਹੁੰਦੇ ਸੀ ਅਤੇ ਨਾ ਹੀ ਭੋਜਨ। ਅੰਤ ਵਿੱਚ ਅਜ਼ਾਜ਼ੇਲ ਮੌਤ ਦੀ ਧਰਤੀ ਤੇ ਭਟਕਦਾ ਸੀ ਅਤੇ ਉੱਥੇ ਮਰ ਜਾਂਦਾ ਸੀ। ਇਹ ਪੁਰਾਣੇ ਨੇਮ ਵਿੱਚ ਵਿਵਸਥਾ ਸੀ।
ਜਦੋਂ ਅਸੀਂ ਪਾਪ ਕਰਦੇ ਹਾਂ ਅਤੇ ਮਾਫੀ ਲਈ ਪਰਮੇਸ਼ਵਰ ਨੂੰ ਪ੍ਰਾਰਥਨਾ ਕਰਦੇ ਹਾਂ ਤਾਂ ਇਸ ਸਮੇਂ ਸਾਡੇ ਪਾਪ ਪਵਿੱਤਰ ਸਥਾਨ ਵਿੱਚ ਤਬਦੀਲ ਹੋ ਜਾਂਦੇ ਹਨ। ਪਵਿੱਤਰ ਸਥਾਨ ਬਾਈਬਲ ਦੇ ਅਨੁਸਾਰ ਮਸੀਹ ਨੂੰ ਦਰਸਾਉਂਦਾ ਹੈ। ਪਰਮੇਸ਼ਵਰ ਪਵਿੱਤਰ ਸਥਾਨ ਦੀ ਭੂਮਿਕਾ ਨਿਭਾਉਂਦੇ ਹਨ। ਇਸ ਤਰ੍ਹਾਂ ਸਾਰੇ ਪਾਪ ਅਸਥਾਈ ਤੌਰ ਤੇ ਪਰਮੇਸ਼ਵਰ ਨੂੰ ਤਬਦੀਲ ਕਰ ਦਿੱਤੇ ਜਾਂਦੇ ਹਨ ਅਤੇ ਜਦੋਂ ਉਹ ਸਾਡੇ ਦੁਸ਼ਮਣ ਸ਼ੈਤਾਨ ਨੂੰ ਦਿੱਤੇ ਜਾਂਦੇ ਹਨ ਤਾਂ ਉਹ ਪੂਰੀ ਤਰ੍ਹਾਂ ਖਤਮ ਹੋ ਜਾਂਦੇ ਹਨ। ਹਾਲਾਂਕਿ ਇੱਕ ਜ਼ਰੂਰੀ ਪ੍ਰਕਿਰਿਆ ਹੈ ਪ੍ਰਾਸ਼ਚਿਤ ਦੇ ਦਿਨ ਅਤਿ ਪਵਿੱਤਰ ਸਥਾਨ ਵਿੱਚ ਪ੍ਰਵੇਸ਼ ਕਰਨਾ। ਕੀ ਪਰਮੇਸ਼ਵਰ ਨੇ ਇਹ ਨਹੀਂ ਕਿਹਾ ਕਿ ਅਤਿ ਪਵਿੱਤਰ ਸਥਾਨ ਦੀ ਲੰਬਾਈ, ਚੌੜਾਈ ਅਤੇ ਉਚਾਈ ਇੱਕੋ ਜਿਹੀ ਹੋਣੀ ਚਾਹੀਦੀ ਹੈ? ਆਓ ਇੱਕ ਰਾਜਿਆਂ ਅਧਿਆਇ 6 ਰਾਹੀਂ ਇਸ ਦੀ ਪੁਸ਼ਟੀ ਕਰੀਏ। ਇੱਕ ਰਾਜਿਆਂ ਅਧਿਆਇ 6 ਵਚਨ 14। ਸੋ ਸੁਲੇਮਾਨ ਨੇ ਭਵਨ ਬਣਾਇਆ ਅਤੇ ਉਹਨੂੰ ਸੰਪੂਰਨ ਕੀਤਾ। ਉਸਨੇ ਅੰਦਰਵਾਰ ਭਵਨ ਦੀਆਂ ਕੰਧਾਂ ਉੱਤੇ ਦਿਆਰ ਦੇ ਫੱਟੇ ਲਾਏ, ਭਵਨ ਦੇ ਥੱਲਿਓਂ ਲੈ ਕੇ ਛੱਤ ਤੀਕ ਅੰਦਰਵਾਰ ਲੱਕੜ ਨਾਲ ਕੱਜਿਆ ਅਤੇ ਭਵਨ ਦੇ ਥੱਲੇ ਨੂੰ ਚੀਲ ਦਿਆਂ ਫੱਟਾਂ ਨਾਲ ਕੱਜਿਆ। ਅਤੇ ਉਸਨੇ ਭਵਨ ਦੇ ਪਿਛਲੇ ਪਾਸੇ 20 ਹੱਥ ਤੀਕ ਦਿਆਰ ਦੇ ਫੱਟਾਂ ਨਾਲ ਥੱਲਿਓਂ ਲੈ ਕੇ ਉਹ ਦੀਆਂ ਕੰਧਾਂ ਤੀਕ ਬਣਾਇਆ। ਉਹਦੇ ਅੰਦਰਵਾਰ ਵਿਚਲੀ ਕੋਠੜੀ ਨਾਲ ਅਰਥਾਤ ਅਤਿ ਪਵਿੱਤਰ ਥਾਂ ਲਈ ਉਹਨੂੰ ਬਣਾਇਆ। ਪਵਿੱਤਰ ਸਥਾਨ ਪ੍ਰਵੇਸ਼ ਦੁਆਰ ਦੇ ਨੇੜੇ ਸੀ ਅਤੇ ਅਤਿ ਪਵਿੱਤਰ ਸਥਾਨ ਅੰਦਰ ਸੀ, ਇਸ ਲਈ ਇਸ ਨੂੰ ਅੰਦਰੂਨੀ ਸਥਾਨ ਕਿਹਾ ਜਾਂਦਾ ਹੈ। ਵਚਨ 17। ਅਤੇ ਉਹ ਭਵਨ ਅਰਥਾਤ ਸਾਹਮਣੀ ਹੈਕਲ 40 ਹੱਥ ਲੰਮੀ ਸੀ ਅਤੇ ਭਵਨ ਦੇ ਅੰਦਰਲੀ ਵੱਲ ਦਿਆਰ ਦਾ ਸੀ, ਉਸ ਵਿੱਚ ਕਲੀਆਂ ਅਤੇ ਫੁੱਲ ਉਕਰੇ ਹੋਏ ਸਨ ਅਤੇ ਇਹ ਸਾਰਾ ਦਿਆਰ ਦਾ ਸੀ, ਕੋਈ ਪੱਥਰ ਨਹੀਂ ਦਿਸਦਾ ਸੀ। ਭਵਨ ਦੇ ਵਿੱਚ ਅੰਦਰਲੀ ਵੱਲ ਵਿਚਲੀ ਕੋਠੜੀ ਸੀ ਤਾਂ ਜੋ ਉੱਥੇ ਯਹੋਵਾਹ ਦੇ ਨੇਮ ਦਾ ਸੰਦੂਕ ਰੱਖਿਆ ਜਾ ਸਕੇ ਅਤੇ ਵਿਚਲੀ ਕੋਠੜੀ ਦੇ ਅੰਦਰਲੇ ਪਾਸੇ ਦੀ ਲੰਬਾਈ 20 ਹੱਥ ਅਤੇ ਉਸ ਦੀ ਚੌੜਾਈ 20 ਹੱਥ ਅਤੇ ਉਚਾਈ 20 ਹੱਥ ਸੀ। ਕਿਸ ਦੀ ਲੰਬਾਈ, ਚੌੜਾਈ ਅਤੇ ਉਚਾਈ ਬਰਾਬਰ ਸੀ? ਅਤਿ ਪਵਿੱਤਰ ਸਥਾਨ ਦੀ। ਇੱਥੇ ਪ੍ਰਵੇਸ਼ ਕਰਨ ਨਾਲ ਹੀ ਸਾਡੇ ਪਾਪ ਪੂਰੀ ਤਰ੍ਹਾਂ ਗਾਇਬ ਹੋ ਸਕਦੇ ਹਨ, ਨਹੀਂ ਤਾਂ ਪਾਪ ਪਵਿੱਤਰ ਸਥਾਨ ਵਿੱਚ ਰਹੇਗਾ। ਜਿਵੇਂ ਕਿ ਅਸੀਂ ਸੁਲੇਮਾਨ ਦੇ ਮੰਦਰ ਦੁਆਰਾ ਪੁਸ਼ਟੀ ਕੀਤੀ ਕਿ ਅਤਿ ਪਵਿੱਤਰ ਸਥਾਨ ਦੀ ਲੰਬਾਈ, ਚੌੜਾਈ ਅਤੇ ਉਚਾਈ ਇੱਕੋ ਜਿਹੀ ਸੀ, ਇਹ ਦ੍ਰਿਸ਼ ਯੂਹੰਨਾ ਦੇ ਪ੍ਰਕਾਸ਼ਨ ਵਿੱਚ ਦੁਬਾਰਾ ਪ੍ਰਗਟ ਹੁੰਦਾ ਹੈ। ਆਓ ਅਸੀਂ ਪ੍ਰਕਾਸ਼ ਦੀ ਪੋਥੀ ਦੀ ਕਿਤਾਬ ਅਧਿਆਇ 21 ਉੱਤੇ ਜਾਈਏ। ਪ੍ਰਕਾਸ਼ ਦੀ ਪੋਥੀ ਅਧਿਆਇ 21 ਵਚਨ 9। ਜਿਨ੍ਹਾਂ 7 ਦੂਤਾਂ ਕੋਲ ਉਹ 7 ਕਟੋਰੇ ਸਨ ਅਤੇ ਜਿਹੜੇ 6 ਕੜਲੀਆਂ 7 ਬਵਾਂ ਨੂੰ ਲਏ ਹੋਏ ਸਨ, ਉਹਨਾਂ ਵਿੱਚੋਂ ਇੱਕ ਨੇ ਆਣ ਕੇ ਮੇਰੇ ਨਾਲ ਗੱਲ ਕੀਤੀ, ਪਈ ਉਰੇ ਆ, ਮੈਂ ਤੈਨੂੰ ਲਾੜੀ ਵਿਖਾਵਾਂ ਜਿਹੜੀ ਲੇਲੇ ਦੀ ਪਤਨੀ ਹੈ। ਤਾਂ ਉਹ ਮੈਨੂੰ ਆਤਮਾ ਵਿੱਚ ਇੱਕ ਵੱਡੇ ਅਤੇ ਉੱਚੇ ਪਹਾੜ ਉੱਤੇ ਲੈ ਗਿਆ ਅਤੇ ਸਵਰਗਦੂਤਾਂ ਨੇ ਉਸ ਨੂੰ ਕੀ ਦਿਖਾਇਆ? ਉਸਨੇ ਉਹ ਪਵਿੱਤਰ ਨਗਰੀ ਯਰੂਸ਼ਲਮ ਪਰਮੇਸ਼ੁਰ ਕੋਲੋਂ ਆਕਾਸ਼ੋਂ ਉਤਰਦੀ ਮੈਨੂੰ ਵਿਖਾਈ, ਜਿਹਦੇ ਵਿੱਚ ਪਰਮੇਸ਼ੁਰ ਦਾ ਤੇਜ ਸੀ। ਵਚਨ 16। ਅਤੇ ਉਹ ਨਗਰੀ ਮਤਲਬ ਯਰੂਸ਼ਲਮ ਚੌਰਸ ਬਣੀ ਹੋਈ ਹੈ ਅਤੇ ਜਿੰਨੀ ਉਹਦੀ ਚੌੜਾਈ ਹੈ ਉਨੀ ਹੀ ਉਹਦੀ ਲੰਬਾਈ ਹੈ। ਅਤੇ ਉਸਨੇ ਨਗਰੀ ਨੂੰ ਕਾਨੇ ਨਾਲ ਮਿਣਿਆ ਅਤੇ 1100 ਕੋਹ ਨਿਕਲੀ। ਚੌੜਾਈ ਅਤੇ ਉਚਾਈ ਕੀ ਹੈ? ਉਹਦੀ ਲੰਬਾਈ ਅਤੇ ਚੌੜਾਈ ਅਤੇ ਉਚਾਈ ਇੱਕੋ ਜਿਹੀ ਹੈ। ਪ੍ਰਕਾਸ਼ ਦੀ ਪੋਥੀ ਅਧਿਆਇ 21 ਦੇ ਅਨੁਸਾਰ ਪਵਿੱਤਰ ਨਗਰ ਯਰੂਸ਼ਲਮ ਕਿਹੋ ਜਿਹਾ ਦਿਸਦਾ ਹੈ? ਇਸ ਦੀ ਲੰਬਾਈ, ਚੌੜਾਈ ਅਤੇ ਉਚਾਈ ਬਰਾਬਰ ਹੈ। ਗਲਾਤੀਆਂ ਅਧਿਆਇ 4 ਵਚਨ 26 ਦੇ ਅਨੁਸਾਰ ਯਰੂਸ਼ਲਮ ਕਿਸ ਨੂੰ ਦਰਸਾਉਂਦੀ ਹੈ? ਪਰ ਯਰੂਸ਼ਲਮ ਜੋ ਤਾਹਾਂ ਹੈ ਉਹ ਆਜ਼ਾਦ ਹੈ, ਉਹ ਸਾਡੀ ਮਾਤਾ ਹੈ। ਪੁਰਾਣੇ ਨੇਮ ਦੀ ਵਿਵਸਥਾ ਦੁਆਰਾ ਪਰਮੇਸ਼ਵਰ ਨੇ ਸਾਨੂੰ ਅਤਿ ਪਵਿੱਤਰ ਸਥਾਨ ਦੀ ਮਹੱਤਤਾ ਸਿਖਾਈ। ਮਹਾਜਾਜਕ ਸਾਲ ਵਿੱਚ ਸਿਰਫ ਇੱਕ ਵਾਰ ਅਤਿ ਪਵਿੱਤਰ ਸਥਾਨ ਵਿੱਚ ਪ੍ਰਵੇਸ਼ ਕਰ ਸਕਦਾ ਸੀ। ਇਸ ਵਿੱਚ ਪ੍ਰਵੇਸ਼ ਕੀਤੇ ਬਿਨਾਂ ਲੋਕਾਂ ਦੇ ਪਾਪ ਕਦੇ ਵੀ ਗਾਇਬ ਨਹੀਂ ਹੋ ਸਕਦੇ ਸੀ। ਇਹ ਸਾਡੇ ਤੇ ਵੀ ਲਾਗੂ ਹੁੰਦਾ ਹੈ। ਜੇ ਸਾਨੂੰ ਸਵਰਗੀ ਯਰੂਸ਼ਲਮ ਮਾਤਾ ਉੱਤੇ ਪੱਕਾ ਵਿਸ਼ਵਾਸ ਨਹੀਂ ਹੈ, ਤਾਂ ਅਸੀਂ ਆਪਣੇ ਪਾਪਾਂ ਦੀ ਪੂਰੀ ਮਾਫੀ ਪ੍ਰਾਪਤ ਨਹੀਂ ਕਰ ਸਕਦੇ। ਆਖਰਕਾਰ, ਜਦੋਂ ਤੱਕ ਮਾਤਾ ਪਰਮੇਸ਼ਵਰ ਦੀ ਸੱਚਾਈ ਪੂਰੀ ਤਰ੍ਹਾਂ ਪ੍ਰਗਟ ਨਹੀਂ ਹੋ ਜਾਂਦੀ, ਉਦੋਂ ਤੱਕ ਪਾਪ ਦਾ ਪੂਰੀ ਤਰ੍ਹਾਂ ਮਿਟ ਜਾਣਾ ਅਸੰਭਵ ਹੈ।
ਅਸੀਂ ਸੋਚ ਸਕਦੇ ਹਾਂ ਕਿ ਮਹਾਜਾਜਕ ਕਦੇ ਵੀ ਅਤ ਪਵਿੱਤਰ ਸਥਾਨ ਵਿੱਚ ਪ੍ਰਵੇਸ਼ ਨਹੀਂ ਕਰ ਸਕਦਾ ਸੀ। ਹਾਲਾਂਕਿ ਪ੍ਰਾਸਚਿਤ ਦੇ ਦਿਨ ਦੇ ਇਲਾਵਾ ਪਰਮੇਸ਼ਵਰ ਨੇ ਉਹਨਾਂ ਨੂੰ ਪ੍ਰਵੇਸ਼ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਸੀ। ਮਹਾਜਾਜਕ ਸਾਲ ਵਿੱਚ ਸਿਰਫ ਇੱਕ ਵਾਰ ਅਤ ਪਵਿੱਤਰ ਸਥਾਨ ਵਿੱਚ ਪ੍ਰਵੇਸ਼ ਕਰ ਸਕਦਾ ਸੀ। ਜਦੋਂ ਮਹਾਜਾਜਕ ਉੱਥੇ ਪ੍ਰਵੇਸ਼ ਕਰਦਾ ਸੀ ਅਤੇ ਬਲੀਦਾਨ ਦੇ ਖੂਨ ਦਾ ਛਿੜਕਾਅ ਕਰਦਾ ਸੀ, ਤਾਂ ਪਵਿੱਤਰ ਸਥਾਨ ਵਿੱਚ ਇਕੱਠੇ ਹੋਏ ਲੋਕਾਂ ਦੇ ਪਾਪਾਂ ਨੂੰ ਅਜ਼ਾਜ਼ੇਲ ਨੂੰ ਸੌਂਪ ਦਿੱਤਾ ਜਾ ਸਕਦਾ ਹੈ। ਕੇਵਲ ਤਦ ਹੀ ਪੁਰਾਣੇ ਨੇਮ ਵਿੱਚ ਪਾਪਾਂ ਦੀ ਪੂਰਨ ਮਾਫੀ ਦਿੱਤੀ ਗਈ ਸੀ। ਇਸ ਬਾਰੇ ਸਾਨੂੰ ਕੁਝ ਸੋਚਣ ਦੀ ਲੋੜ ਹੈ। ਜਦੋਂ ਲੋਕਾਂ ਨੇ ਪਾਪ ਕੀਤਾ ਤਾਂ ਆਪਣੇ ਪਾਪਾਂ ਦੀ ਮਾਫੀ ਪਾਉਣ ਲਈ ਉਹ ਭੇਡ ਜਾਂ ਬੱਕਰੀਆਂ ਲੈ ਕੇ ਆਏ। ਉਹਨਾਂ ਨੂੰ ਕਿਵੇਂ ਲੱਗਿਆ ਹੋਵੇਗਾ? ਸਾਨੂੰ ਇਸ ਬਾਰੇ ਇੱਕ ਪਲ ਲਈ ਸੋਚਣ ਦੀ ਲੋੜ ਹੈ। ਉਹ ਪਸ਼ੂ ਕਿਸ ਨੂੰ ਦਰਸਾਉਂਦੇ ਸੀ? ਕੀ ਇਹ ਨਹੀਂ ਲਿਖਿਆ ਹੈ ਕਿ ਪਾਪ ਦੀ ਭੇਡ ਦੇ ਰੂਪ ਵਿੱਚ ਬਲੀਦਾਨ ਕੀਤਾ ਗਿਆ ਪਸ਼ੂ ਮਸੀਹ ਨੂੰ ਦਰਸਾਉਂਦਾ ਹੈ? ਪਰਮੇਸ਼ਵਰ ਨੇ ਲਿੰਗ ਨੂੰ ਵੀ ਵੱਖਰਾ ਕੀਤਾ। ਪਸਾਹ ਦਾ ਲੇਲਾ ਕੀ ਹੋਣਾ ਚਾਹੀਦਾ ਹੈ? ਇਹ ਭੇਡ ਜਾਂ ਬੱਕਰੀਆਂ ਵਿੱਚੋਂ ਨਰ ਹੋਣਾ ਚਾਹੀਦਾ ਹੈ। ਉਹਨਾਂ ਨੇ ਹਰੇਕ ਬਲੀਦਾਨ ਲਈ ਲਿੰਗ ਨੂੰ ਵੱਖਰਾ ਕੀਤਾ। ਇਹਨਾਂ ਸਾਰਿਆਂ ਦਾ ਅਰਥ ਕੀ ਹੈ? ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਸਾਡੇ ਪਾਪਾਂ ਦੇ ਪ੍ਰਾਸ਼ਚਿਤ ਲਈ ਹਰੇਕ ਬਲੀਦਾਨ ਵਿੱਚ ਪਿਤਾ ਪਰਮੇਸ਼ਵਰ ਅਤੇ ਮਾਤਾ ਪਰਮੇਸ਼ਵਰ ਦਾ ਬਲੀਦਾਨ ਹੈ। ਜਦੋਂ ਇਸਰਾਏਲੀ ਪਾਪ ਕਰਦੇ ਸੀ ਤਾਂ ਉਹ ਜਾਜਕ ਸਾਹਮਣੇ ਆਪਣੇ ਪਾਪਾਂ ਨੂੰ ਸਵੀਕਾਰ ਕਰਦੇ ਸੀ ਅਤੇ ਇਹ ਕਹਿੰਦੇ ਹੋਏ ਇੱਕ ਭੇਡ ਲਿਆਉਂਦੇ ਸੀ, ਕਿਰਪਾ ਕਰਕੇ ਮੇਰੇ ਪਾਪਾਂ ਨੂੰ ਇਸ ਭੇਡ ਵਿੱਚ ਤਬਦੀਲ ਕਰੋ। ਭੇਡਾਂ ਦੇ ਦ੍ਰਿਸ਼ਟੀਕੋਣ ਤੋਂ ਦੇਖੀਏ ਤਾਂ ਇਹ ਜਾਣਦੇ ਹੋਏ ਕਿ ਇਹ ਮਰਨ ਵਾਲਾ ਹੈ, ਉਹ ਕਿੰਨਾ ਡਰਿਆ ਹੋਵੇਗਾ। ਇਹ ਕਿੰਨਾ ਦੁਖਦਾਈ ਹੋਵੇਗਾ। ਅਸੀਂ ਲੂਕਾ ਅਧਿਆਇ 22 ਵਿੱਚ ਮਸੀਹ ਦੇ ਦਿਲ ਨੂੰ ਸਮਝ ਸਕਦੇ ਹਾਂ ਜੋ ਬਲੀਦਾਨ ਦਾ ਲੇਲਾ ਹੈ। ਪਸਾਹ ਦੇ ਦਿਨ ਸਲੀਬ ਉੱਤੇ ਚੜਾਏ ਜਾਣ ਤੋਂ ਇੱਕ ਦਿਨ ਪਹਿਲਾਂ ਉਹਨਾਂ ਨੇ ਜੈਤੂਨ ਦੇ ਪਹਾੜ ਉੱਤੇ ਪ੍ਰਾਰਥਨਾ ਕੀਤੀ। ਉਹਨਾਂ ਦੇ ਮੱਥੇ ਤੋਂ ਟਪਕਣ ਵਾਲੇ ਪਸੀਨੇ ਦਾ ਕੀ ਹੋਇਆ? ਉਹਨਾਂ ਦਾ ਪਸੀਨਾ ਲਹੂ ਦੀਆਂ ਬੂੰਦਾਂ ਵਾਂਗ ਸੀ। ਅਗਲੇ ਦਿਨ ਸਲੀਬ ਉੱਤੇ ਚੜਾਏ ਜਾਣ ਬਾਰੇ ਸੋਚਦੇ ਹੋਏ ਉਹਨਾਂ ਨੇ ਪ੍ਰਾਰਥਨਾ ਕੀਤੀ, ਪਿਤਾ ਜੀ, ਜੇ ਤੁਸੀਂ ਚਾਹੋ ਤਾਂ ਇਹ ਪਿਆਲਾ ਮੇਰੇ ਕੋਲੋਂ ਲੈ ਲਵੋ। ਪ੍ਰਾਸ਼ਚਿਤ ਲਈ ਬਲੀਦਾਨ ਕੀਤੇ ਜਾਣ ਵਾਲੇ ਪਸ਼ੂ ਹਰ ਦਿਨ ਇਸ ਦਾ ਅਨੁਭਵ ਕਰਦੇ ਸੀ। ਭੇਡਾਂ ਤੇ ਅਜਿਹੇ ਦਰਦ ਨੂੰ ਨਾ ਪਾਉਣ ਲਈ ਲੋਕਾਂ ਨੂੰ ਪਾਪ ਨਹੀਂ ਕਰਨਾ ਚਾਹੀਦਾ। ਕੀ ਇਹ ਸੱਚ ਨਹੀਂ ਹੈ? ਜੇ ਲੋਕ ਪਾਪ ਕਰਦੇ ਹਨ ਤਾਂ ਉਹ ਪਾਪ ਭੇਡ ਜਾਂ ਬੱਕਰੀਆਂ ਉੱਤੇ ਸੌਂਪੇ ਜਾਣਗੇ ਜੋ ਪਿਤਾ ਅਤੇ ਮਾਤਾ ਨੂੰ ਦਰਸਾਉਂਦੇ ਹਨ। ਪ੍ਰਾਸ਼ਚਿਤ ਦੇ ਦਿਨ ਦੇ ਦੁਆਰਾ ਸਾਰੇ ਪਾਪਾਂ ਦਾ ਪੂਰੀ ਤਰ੍ਹਾਂ ਪ੍ਰਾਸ਼ਚਿਤ ਕੀਤਾ ਜਾਂਦਾ ਹੈ। ਹੁਣ ਤੋਂ ਇਹ ਕਹਿਣ ਪਸਾਹ ਅਤੇ ਨਵੇਂ ਨੇਮ ਦੀ ਸੱਚਾਈ ਦੇ ਅੰਦਰ ਪਿਤਾ ਅਤੇ ਮਾਤਾ ਨੂੰ ਕੀਤੀਆਂ ਗਈਆਂ ਸਾਡੀਆਂ ਪ੍ਰਾਰਥਨਾਵਾਂ ਦੁਆਰਾ ਸਾਡੇ ਪਾਪ ਪੂਰੀ ਤਰ੍ਹਾਂ ਮਾਫ ਕੀਤੇ ਗਏ ਹਨ ਅਤੇ ਲਗਾਤਾਰ ਪਾਪ ਕਰਦੇ ਰਹਿਣ ਦੇ ਬਜਾਏ ਸਾਨੂੰ ਪਿਤਾ ਅਤੇ ਮਾਤਾ ਦੇ ਮਨ ਬਾਰੇ ਵਿਚਾਰ ਕਰਨ ਦੀ ਜ਼ਰੂਰਤ ਹੈ ਜੋ ਸਾਡੇ ਪਾਪ ਦੀ ਭੇਟ ਅਤੇ ਪ੍ਰਾਸ਼ਚਿਤ ਦਾ ਬਲੀਦਾਨ ਬਣੇ। 아버지의 마음은 어떠하며 어머니의 마음이 어떠한지 한번 살펴봐야 되겠습니다. 그 양이 ਭੇਡ ਕੀ ਮਹਿਸੂਸ ਕਰ ਰਹੀ ਹੈ? 염소의 마음이 어떠할까 말이죠. ਤਿੱਖੇ ਅਤੇ ਡਰਾਉਣੇ ਬਲੇਡ ਬਾਰੇ ਸੋਚੋ। 서슬시 푸른 그 칼날과 말이죠. ਜਿਵੇਂ ਲੇਲੇ ਨੂੰ ਵੱਢਣ ਲਈ ਲਿਜਾਇਆ ਜਾਂਦਾ ਹੈ, ਉਸੇ ਤਰ੍ਹਾਂ ਹੀ ਉਸ ਨੂੰ ਉਸ ਰਾਹ ਤੇ ਤੁਰਨਾ ਪੈਂਦਾ ਹੈ ਜਿਸ ਉੱਤੇ ਉਹ ਜਾਣਾ ਨਹੀਂ ਚਾਹੁੰਦੀ। 가고 싶지 않은 그 길을 가야 되거든요. ਇਸ ਲਈ ਪਰਮੇਸ਼ਵਰ ਨੇ ਗੰਭੀਰਤਾ ਨਾਲ ਸਾਨੂੰ ਕਿਹਾ, ਪਾਪ ਵਿੱਚ ਨਾ ਫਸੋ, ਪਾਪ ਦੇ ਨਾ ਹੋਵੋ ਅਤੇ ਦੁਬਾਰਾ ਪਾਪ ਦੇ ਦਾਸ ਨਾ ਬਣੋ।
ਜੇ ਅਸੀਂ ਆਪਣੇ ਖੁਦ ਦੇ ਪਾਪਾਂ ਨਾਲ ਨਜਿੱਠਦੇ ਹਾਂ ਤਾਂ ਅਸੀਂ ਸਮੱਸਿਆ ਨੂੰ ਘੱਟ ਗੰਭੀਰ ਸਮਝ ਸਕਦੇ ਹਾਂ। ਪਰ ਅਸੀਂ ਹਰ ਰੋਜ਼ ਪਿਤਾ ਅਤੇ ਮਾਤਾ ਨੂੰ ਅਜਿਹਾ ਦਰਦ ਦਿੰਦੇ ਹਾਂ। ਇਸਰਾਏਲੀਆਂ ਨੇ ਦਿਨ ਵਿੱਚ 2 ਵਾਰ ਸਵੇਰੇ ਅਤੇ ਦੁਪਹਿਰ ਨੂੰ ਬਲੀਦਾਨ ਚੜ੍ਹਾਏ। ਜੇਕਰ ਇਹ 365 ਦਿਨ ਕੀਤਾ ਜਾਂਦਾ ਹੈ ਤਾਂ ਇੱਕ ਸਾਲ ਵਿੱਚ ਘੱਟੋ ਘੱਟ 720 ਵਾਰ ਉਹਨਾਂ ਨੂੰ ਮੌਤ ਦੇ ਦੁੱਖ ਵਿੱਚੋਂ ਗੁਜ਼ਰਨਾ ਪਵੇਗਾ। ਉਹ ਉਹਨਾਂ ਪਾਪਾਂ ਲਈ ਪਾਪ ਦੀ ਭੇਟ ਵੀ ਬਣ ਜਾਂਦੇ ਹਨ ਜੋ ਲੋਕ ਹਰ ਦਿਨ ਕਰਦੇ ਹਨ। ਜੇਕਰ 100 ਲੋਕ ਪਾਪ ਕਰਦੇ ਹਨ ਤਾਂ ਇਸ ਵਿੱਚ 100 ਹੋਰ ਜੋੜ ਜਾਂਦਾ ਹੈ ਅਤੇ ਜੇਕਰ 1000 ਲੋਕ ਪਾਪ ਕਰਦੇ ਹਨ ਤਾਂ ਇਸ ਵਿੱਚ 1000 ਹੋਰ ਜੋੜ ਜਾਂਦਾ ਹੈ। ਸਾਰੇ ਲੋਕੋ, ਸਾਨੂੰ ਅਸਲ ਰਿਹਾਈ ਸ਼ਬਦ ਬਾਰੇ ਅਸਲ ਵਿੱਚ ਸੋਚਣ ਦੀ ਲੋੜ ਹੈ। ਇਹ ਸਾਡੇ ਆਪਣੇ ਪਾਪਾਂ ਨੂੰ ਚੁੱਕਣ ਬਾਰੇ ਨਹੀਂ ਹੈ, ਪਰ ਉਹਨਾਂ ਨੂੰ ਕਿਸੇ ਹੋਰ ਨੂੰ ਸੌਂਪਣ ਬਾਰੇ ਹੈ। ਆਪਣੇ ਪਾਪ ਨੂੰ ਤਬਦੀਲ ਕਰਨ ਵਾਲਾ ਵਿਅਕਤੀ ਇਸ ਬਾਰੇ ਜ਼ਿਆਦਾ ਮਹਿਸੂਸ ਨਹੀਂ ਕਰ ਸਕਦਾ ਕਿਉਂਕਿ ਉਹ ਮਜ਼ਦੂਰੀ ਦਾ ਭੁਗਤਾਨ ਨਹੀਂ ਕਰ ਰਿਹਾ ਹੈ। ਪਰ ਪਰਮੇਸ਼ਵਰ ਸਾਡੇ ਪਿਤਾ ਅਤੇ ਮਾਤਾ ਬਾਰੇ ਕੀ ਜੋ ਸਾਡੇ ਪਾਪਾਂ ਲਈ ਰਿਹਾਈ ਕੀਮਤ ਬਣੇ? ਪਿਤਾ ਜੀ, ਜੇ ਤੁਸੀਂ ਚਾਹੋ ਤਾਂ ਇਹ ਪਿਆਲਾ ਮੇਰੇ ਕੋਲੋਂ ਲੈ ਲਵੋ। ਇਹ ਦੇਖਦੇ ਹੋਏ ਕਿ ਉਹਨਾਂ ਦਾ ਪਸੀਨਾ ਲਹੂ ਦੀਆਂ ਬੂੰਦਾਂ ਵਿੱਚ ਬਦਲ ਗਿਆ, ਉਹ ਕਿੰਨੇ ਗੰਭੀਰ ਰਹੇ ਹੋਣਗੇ। ਸਾਨੂੰ ਰਿਹਾਈ ਸ਼ਬਦ ਨੂੰ ਹਲਕੇ ਵਿੱਚ ਨਹੀਂ ਲੈਣ ਲਈ ਪੱਕਾ ਇਰਾਦਾ ਕਰਨਾ ਚਾਹੀਦਾ ਹੈ, ਸਿਰਫ ਇਸ ਲਈ ਕਿ ਅਸੀਂ ਇਸ ਤੋਂ ਕਦੇ ਵੀ ਪ੍ਰਭਾਵ ਜਾਂ ਪੀੜਾ ਦਾ ਅਹਿਸਾਸ ਸਿੱਧਾ ਨਹੀਂ ਕਰਦੇ ਹਾਂ। ਨਾਲ ਹੀ ਵਿਚਾਰ ਕਰੋ ਕਿ ਇਹ ਇਤਿਹਾਸ ਮੂਸਾ ਦੇ ਸਮੇਂ ਤੋਂ ਮਸੀਹ ਦੇ ਸਮੇਂ ਤੱਕ 1500 ਸਾਲਾਂ ਤੱਕ ਲਗਾਤਾਰ ਦੁਹਰਾਇਆ ਜਾ ਰਿਹਾ ਸੀ। ਇਸ ਤਰ੍ਹਾਂ ਨਵੇਂ ਨੇਮ ਦਾ ਨਿਯਮ ਸਥਾਪਿਤ ਕੀਤਾ ਗਿਆ ਸੀ। ਕੀ ਨਵਾਂ ਨੇਮ ਇੰਨੇ ਦਰਦ ਦੀ ਕੀਮਤ ਤੇ ਸਥਾਪਿਤ ਨਹੀਂ ਕੀਤਾ ਗਿਆ? ਨਵੇਂ ਨੇਮ ਦੀ ਸੱਚਾਈ ਵਿੱਚ ਇੱਕ ਵੀ ਪਰਬ, ਸਬਤ ਦਾ ਦਿਨ ਜਾਂ ਕੋਈ ਵੀ ਨਿਯਮ ਮਾਮੂਲੀ ਨਹੀਂ ਹੈ। ਉਹ ਪਰਮੇਸ਼ਵਰ ਦੇ ਬਲੀਦਾਨ ਦੁਆਰਾ ਸਥਾਪਿਤ ਕੀਤੇ ਗਏ ਹਨ। ਇਸ ਲਈ ਸਾਨੂੰ ਆਪਣੇ ਸਵਰਗੀ ਮਾਤਾ ਪਿਤਾ ਦੇ ਪਿਆਰ ਅਤੇ ਸ਼ਰਧਾ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ, ਜਿਨ੍ਹਾਂ ਨੇ ਆਪਣੀਆਂ ਸੰਤਾਨਾਂ ਨੂੰ ਉਹਨਾਂ ਨੂੰ ਸੌਂਪਣ ਦੀ ਹਰ ਸੰਭਵ ਕੋਸ਼ਿਸ਼ ਕੀਤੀ। ਹਰ ਵਾਰ ਜਦੋਂ ਅਸੀਂ ਪਰਬ ਮਨਾਉਂਦੇ ਹਾਂ ਤਾਂ ਇਹ ਸਾਨੂੰ ਇਸ ਦੀ ਯਾਦ ਦਿਵਾਉਂਦਾ ਹੈ। ਇਸ ਲਈ ਪ੍ਰਾਸ਼ਚਿਤ ਦੇ ਦਿਨ ਤੇ ਆਓ ਅਸੀਂ ਮੁਕਤੀ ਦੀ ਕਿਰਪਾ ਲਈ ਪਰਮੇਸ਼ਵਰ ਦਾ ਧੰਨਵਾਦ ਕਰੀਏ ਅਤੇ ਫਿਰ ਤੋਂ ਪਾਪ ਨਾ ਕਰਨ ਦਾ ਦ੍ਰਿੜਤਾ ਨਾਲ ਸੰਕਲਪ ਲਈਏ। ਜਿਵੇਂ ਪਰਮੇਸ਼ਵਰ ਨੇ ਸਾਨੂੰ ਸਿਖਾਇਆ ਹੈ, ਸਾਨੂੰ ਦੁਨੀਆ ਦਾ ਚਾਨਣ ਅਤੇ ਨਮਕ ਬਣਨਾ ਚਾਹੀਦਾ ਹੈ ਅਤੇ ਪਰਮੇਸ਼ਵਰ ਦੁਆਰਾ ਸਾਡੇ ਲਈ ਬਣਾਏ ਗਏ ਰਾਹ ਤੇ ਵਿਸ਼ਵਾਸ ਨਾਲ ਚੱਲਣਾ ਚਾਹੀਦਾ ਹੈ। ਅੱਜ ਜਦੋਂ ਕਿ ਸਾਡੇ ਪਾਪ ਮਾਫ ਕੀਤੇ ਜਾ ਰਹੇ ਹਨ ਤਾਂ ਸਾਨੂੰ ਆਪਣੇ ਦਿਲਾਂ ਵਿੱਚ ਪਿਤਾ ਅਤੇ ਮਾਤਾ ਦੇ ਦਿਲਾਂ ਨੂੰ ਉਕਰੀ ਕਰਨਾ ਚਾਹੀਦਾ ਹੈ ਜੋ ਰਿਹਾਈ ਦੀ ਕੀਮਤ ਬਣੇ। ਉਹਨਾਂ ਦੀ ਕਿਰਪਾ ਲਈ ਧੰਨਵਾਦ ਕਰੋ ਅਤੇ ਇਮਾਨਦਾਰੀ ਨਾਲ ਖੁਸ਼ਖਬਰੀ ਦੇ ਮਿਸ਼ਨ ਨੂੰ ਪੂਰਾ ਕਰੋ। ਕੁਝ ਲੋਕ ਸ਼ਾਇਦ ਸੋਚ ਸਕਦੇ ਹਨ, ਸਾਨੂੰ ਪ੍ਰਚਾਰ ਕਿਉਂ ਕਰਨਾ ਚਾਹੀਦਾ ਹੈ? ਪ੍ਰਚਾਰ ਨੂੰ ਦੂਜੇ ਪਾਪੀਆਂ ਨੂੰ ਤੋਬਾ ਵੱਲ ਲਿਜਾਣ ਦੇ ਰੂਪ ਵਿੱਚ ਦੇਖਿਆ ਜਾ ਸਕਦਾ ਹੈ ਜੋ ਸੱਚੀ ਤੋਬਾ ਦਾ ਪ੍ਰਗਟਾਵਾ ਹੈ। ਇਸ ਲਈ ਪਰਮੇਸ਼ਵਰ ਨੇ ਸਾਨੂੰ ਸਾਮਰੀਆ ਵਿੱਚ ਅਤੇ ਧਰਤੀ ਦੇ ਸਿਰੇ ਤੱਕ ਇਸ ਖੁਸ਼ਖਬਰੀ ਦਾ ਪ੍ਰਚਾਰ ਕਰਨ ਦਾ ਹੁਕਮ ਦਿੱਤਾ ਹੈ। ਇਸ ਲਈ ਅਸੀਂ ਹੁਣ ਪ੍ਰਚਾਰ ਕਰ ਰਹੇ ਹਾਂ। ਸਾਰੇ ਲੋਕੋ, ਕਈ ਲੋਕਾਂ ਨੂੰ ਪ੍ਰਚਾਰ ਕਰਨਾ ਅਤੇ ਉਹਨਾਂ ਦੀ ਅਗਵਾਈ ਕਰਨਾ ਆਸਾਨ ਨਹੀਂ ਹੈ। ਫਿਰ ਪਰਮੇਸ਼ਵਰ ਨੇ ਸਾਨੂੰ ਇਹ ਮਿਸ਼ਨ ਕਿਉਂ ਦਿੱਤਾ? ਪਰਮੇਸ਼ਵਰ ਚਾਹੁੰਦੇ ਹਨ ਕਿ ਅਸੀਂ ਇਸ ਖੁਸ਼ਖਬਰੀ ਨੂੰ ਸਾਰਿਆਂ ਤੱਕ ਫੈਲਾਈਏ ਤਾਂ ਜੋ ਉਹ ਇਸ ਨੂੰ ਸਵੀਕਾਰ ਕਰਨ ਵਾਲਿਆਂ ਨੂੰ ਉਹਨਾਂ ਲੋਕਾਂ ਤੋਂ ਵੱਖਰੇ ਕਰ ਸਕਣ ਜੋ ਇਸ ਨੂੰ ਨਹੀਂ ਮੰਨਦੇ ਹਨ। ਇਹੀ ਕਾਰਨ ਹੈ ਕਿ ਅਸੀਂ ਖੁਸ਼ਖਬਰੀ ਦਾ ਪ੍ਰਚਾਰ ਕਰ ਰਹੇ ਹਾਂ। ਸਾਨੂੰ ਕਦੇ ਵੀ ਆਪਣੇ ਆਪ ਤੇ ਘਮੰਡ ਨਹੀਂ ਕਰਨਾ ਚਾਹੀਦਾ, ਕਿਉਂਕਿ ਅਸੀਂ ਸਵਰਗ ਵਿੱਚ ਪਾਪ ਕੀਤਾ ਸੀ ਅਤੇ ਇਸ ਧਰਤੀ ਉੱਤੇ ਸੁੱਟੇ ਗਏ ਸੀ। ਇਸ ਲਈ ਪਰਮੇਸ਼ਵਰ ਨੇ ਸਾਨੂੰ ਬੁਨਿਆਦੀ ਹੁਕਮ ਦਿੱਤਾ, ਜੇ ਤੁਸੀਂ ਸੱਚਮੁੱਚ ਤੋਬਾ ਕੀਤੀ ਹੈ ਤਾਂ ਦੂਜਿਆਂ ਨੂੰ ਵੀ ਤੋਬਾ ਕਰਨ ਵਿੱਚ ਮਦਦ ਕਰੋ।
하라고 하신 것이 이것이 ਇਹ ਪ੍ਰਚਾਰ ਹੈ। 우리는 회개 ਅਸੀਂ ਲੋਕਾਂ ਨੂੰ ਤੋਬਾ ਵੱਲ ਲੈ ਜਾਣ ਲਈ ਪ੍ਰਚਾਰ ਕਰਦੇ ਹਾਂ, 그 사람으로 하여금 ਨਾ ਕਿ ਸਿਰਫ ਉਹਨਾਂ ਨੂੰ ਪਸਾਹ ਅਤੇ ਸਬਤ ਦੇ ਦਿਨ ਬਾਰੇ ਦੱਸਣ ਲਈ। 인식시키고 그 자체만을 인식시키기 위한 것이 결코 아닙니다. ਕੀ ਪ੍ਰਚਾਰ ਕਰਨਾ? 하늘 아버지를 깨닫고 ਲੋਕਾਂ ਨੂੰ 어머니를 ਸਵਰਗੀ 깨닫고 ਪਿਤਾ ਅਤੇ ਸਵਰਗੀ ਮਾਤਾ ਨੂੰ ਪਹਿਚਾਣਨ ਦਾ ਰਾਹ ਦਿਖਾਉਣਾ, ਇਹ ਅਹਿਸਾਸ ਕਰਨਾ ਕਿ ਅਸੀਂ ਸਵਰਗ ਵਿੱਚ ਸਵਰਗਦੂਤ ਸੀ ਅਤੇ ਸਾਡੇ ਘਰ ਸਦੀਪਕ ਸਵਰਗ ਦੇ ਰਾਜ ਨੂੰ ਵਾਪਸ ਜਾਣਾ ਨਹੀਂ ਹੈ। 다 돌아갈 수 있도록끔 길을 만들어 주자고 하는 것이 바로 전도 아니겠습니까? ਇਸ ਪ੍ਰਾਸਚਿਤ ਦੇ ਦਿਨ ਦੁਆਰਾ ਸਾਰੀਆਂ ਸੰਤਾਨਾਂ ਨੂੰ ਪਹਿਲਾਂ ਮੁਕਤੀ ਦੀ ਕਿਰਪਾ ਦਾ ਅਹਿਸਾਸ ਹੋਣਾ ਚਾਹੀਦਾ ਹੈ। 첫째는 깨달아야 되겠고 또 ਸਾਡੇ ਸਵਰਗੀ ਪਿਤਾ ਅਤੇ ਸਵਰਗੀ ਮਾਤਾ ਦੀ ਕਿਰਪਾ ਤੇ ਵਿਚਾਰ ਕਰਦੇ ਹੋਏ, 우리 죄를 대신 ਜਿਨ੍ਹਾਂ ਨੇ ਸਲੀਬ ਤੇ ਲਹੂ ਵਹਾਉਣ ਤੱਕ ਸਾਡੇ ਸਾਰੇ ਪਾਪਾਂ ਨੂੰ ਚੁੱਕਿਆ, 하늘 어머니의 그 은혜를 ਸਾਰੇ ਸਿਯੋਨ ਪਰਿਵਾਰ ਨੂੰ ਪੂਰੇ ਦਿਲ ਨਾਲ ਖੁਸ਼ਖਬਰੀ ਮਿਸ਼ਨ ਨੂੰ ਪੂਰਾ ਕਰਨਾ ਚਾਹੀਦਾ ਹੈ। 수 있는 우리 시온 가족들이 다 되어 주시기를 부탁드리겠습니다. ਪੁਰਾਣੇ ਨੇਮ ਦੇ ਨਿਯਮ ਵਿੱਚ ਮਹੱਤਤਾ ਨੂੰ ਧਿਆਨ ਵਿੱਚ ਰੱਖਦੇ ਹੋਏ, 자체를 ਅਸੀਂ ਮਹਿਸੂਸ ਕਰ ਸਕਦੇ ਹਾਂ ਕਿ ਦੁਸ਼ਮਣ 원수마귀는 ਸ਼ੈਤਾਨ ਨੂੰ ਹਮੇਸ਼ਾ ਲਈ ਤਸੀਹੇ ਦਿੱਤੇ ਜਾਣਗੇ ਅਤੇ ਅਥਾਹ ਕੁੰਡ ਵਿੱਚ ਤਬਾਹ ਕਰ ਦਿੱਤਾ ਜਾਵੇਗਾ, ਜਿਵੇਂ ਕਿ ਪ੍ਰਕਾਸ਼ ਦੀ ਪੋਥੀ ਵਿੱਚ ਲਿਖਿਆ ਗਿਆ ਹੈ। 죽임을 당하는 멸망당하는 그 장면까지 ਪਰਮੇਸ਼ਵਰ ਨੇ ਨਵੇਂ ਨੇਮ ਵਿੱਚ ਪਾਪ ਨੂੰ ਖਤਮ ਕਰਨ ਦੀ ਪੂਰੀ ਪ੍ਰਕਿਰਿਆ ਨੂੰ ਪ੍ਰਗਟ ਕੀਤਾ। 온전히 또 다 나타내시고 ਪੁਰਾਣੇ ਨੇਮ ਦੇ ਸਾਰੇ ਬਲੀਦਾਨ ਨਵੇਂ ਨੇਮ ਦਾ ਪਰਛਾਵਾਂ ਸੀ। 구약의 모든 제사 제도는 ਉਸ ਪ੍ਰਕਿਰਿਆ ਵਿੱਚ ਸਵਰਗੀ ਪਿਤਾ ਅਤੇ ਸਵਰਗੀ ਮਾਤਾ ਪ੍ਰਾਸਚਿਤ ਲਈ ਬਲੀਦਾਨ ਬਣੇ। 과정에 속죄 희생 제물이 되어 주신 ਇੱਕ ਵਾਰ ਫਿਰ ਮੈਂ ਆਪਣੇ ਸਵਰਗੀ ਪਰਿਵਾਰ ਦੇ ਮੈਂਬਰਾਂ ਨੂੰ ਉਹਨਾਂ ਦੇ ਬਲੀਦਾਨਾਂ ਨੂੰ ਕਦੇ ਨਾ ਭੁੱਲਣ ਲਈ ਕਹਿਣਾ ਚਾਹਾਂਗਾ। 잊지 않는 우리 천국 가족들 다 되어 주시기 ਇਸ ਨਾਲ ਮੈਂ ਅੱਜ ਦੇ ਉਪਦੇਸ਼ ਨੂੰ ਸਮਾਪਤ ਕਰਨਾ ਚਾਹਾਂਗਾ। ਤੁਹਾਡਾ ਬਹੁਤ ਬਹੁਤ ਧੰਨਵਾਦ।